ਸ਼੍ਰੀ ਅਕਾਲ ਤਖਤ ਸਾਹਿਬ ਦੀ ਅਦੁੱਤੀ ਪਹਿਚਾਣ ਨੇ ਦੁਨੀਆ ਵਿੱਚ ਹਰ ਖਿੱਤੇ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਖਲਕਤ 'ਚ ਵਸਦੇ ਸਿੱਖਾਂ ਦੀ ਇਹ ਦਿਲੀ ਖੁਆਇਸ਼ ਹੁੰਦੀ ਹੈ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਕੇ ਆਪਣੇ ਭਾਗ ਰੁਸ਼ਨਾ ਲੈਣ। ਹਰ ਧਰਮ ਦੇ ਲੋਕ ਬਿਨਾਂ ਕਿਸੇ ਭੇਦਭਾਵ ਤੋਂ ਇੱਥੇ ਆਉਂਦੇ ਹਨ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸਿਕ ਅਤੇ ਅਦਭੁਤ ਸਿਧਾਂਤਾਂ ਅੱਗੇ ਸੀਸ ਨਿਵਾਉਂਦੇ ਹਨ। ਗੁਰੂ ਦੇ ਇਸ ਘਰ ਵਿੱਚ ਰੱਬੀ ਏਕਤਾ, ਸਰਬ ਸਾਂਝੀਵਾਲਤਾ, ਉੱਚ ਮਾਨਵੀ ਅਤੇ ਅਧਿਆਤਮਿਕ ਕਦਰਾਂ ਕੀਮਤਾਂ ਦੀ ਹੋਂਦ ਅੱਜ ਵੀ ਬਰਕਰਾਰ ਹੈ। ਗੁਰਬਾਣੀ ਪਾਠ ਸਰਵਣ ਕਰਦਿਆਂ ਸੰਗਤਾਂ ਰੱਬੀ ਜੋਤ ਨਾਲ ਇੱਕਮਿਕ ਹੋ ਜਾਂਦੀਆਂ ਹਨ। ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਸ਼ਰਧਾਲੂ ਆਸਥਾ ਨਾਲ ਗੁਰਬਾਣੀ ਬੋਲ ਉਚਾਰਦੇ ਹਨ। ਯਕੀਨਨ ਗੁਰੂ ਸਾਹਿਬ ਜੀ ਦੀਆਂ ਅਪਾਰ ਬਖਸ਼ਿਸ਼ਾਂ ਸਦਕਾ ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਸ਼ਸਤਰਾਂ ਦੇ ਰੂਪ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨੇ ਆਪਣੀ ਬੁੱਕਲ ਵਿੱਚ ਖਾਲਸਾ ਪੰਥ ਦਾ ਅਨਮੋਲ ਵਿਰਸਾ ਸੰਭਾਲਿਆ ਹੋਇਆ ਹੈ। ਜਿਸ ਪਵਿੱਤਰ ਅਸਥਾਨ ਤੇ ਸੁਨਹਿਰੀ ਬੰਗਲੇ ਵਿੱਚ ਇਹ ਸ਼ਸਤਰ ਸਜਾਏ ਜਾਂਦੇ ਹਨ, ਇਹ ਉਹ ਪਵਿੱਤਰ ਅਸਥਾਨ ਹੈ ਜਿੱਥੇ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਖੁਦ ਸ਼ਸਤਰਾਂ ਨਾਲ ਲੈਸ ਹੁੰਦੇ ਅਤੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਦਰਸ਼ਨ ਦਿੰਦੇ। ਇਹਨਾਂ ਇਤਿਹਾਸਿਕ ਸ਼ਸਤਰਾਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਛੋਹ ਪ੍ਰਾਪਤ ਸ਼ਸਤਰ ਵੀ ਮੌਜੂਦ ਹਨ। ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ ਇਹਨਾਂ ਅਨਮੋਲ ਸ਼ਸਤਰਾਂ ਦੇ ਸਾਖਸ਼ਾਤ ਦਰਸ਼ਨ ਸੰਗਤਾਂ ਨੂੰ ਕਰਵਾਏ ਜਾਂਦੇ ਹਨ। ਸੁਖ ਆਸਨ ਉਪਰੰਤ ਵਿਰਸੇ ਵਿੱਚ ਮਿਲੀਆਂ ਇਹਨਾਂ ਅਨਮੋਲ ਯਾਦਾਂ ਨੂੰ ਸੁੰਦਰ ਰੁਮਾਲਿਆਂ ਵਿੱਚ ਲਪੇਟ ਦਿੱਤਾ ਜਾਂਦਾ ਹੈ। ਇਹਨਾਂ ਸ਼ਸਤਰਾਂ ਦੇ ਦਰਸ਼ਨ ਕਰ ਸੰਗਤਾਂ ਨੂੰ ਯਾਦ ਆਉਂਦਾ ਹੈ 6ਵੇਂ ਪਾਤਸ਼ਾਹ ਜੀ ਦਾ ਵਿਲੱਖਣ ਜੀਵਨ ਕਾਲ ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਦਰਦਨਾਕ ਦੌਰ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹਰਮੰਦਰ ਸਾਹਿਬ ਜੀ ਦੀ ਉਸਾਰੀ ਵੇਲੇ ਆਰਾਮ ਕਰਨ ਲਈ ਇੱਕ ਕੋਠੜੀ ਬਣਵਾਈ, ਜਿਸ ਨੂੰ ਕੋਠਾ ਸਾਹਿਬ ਕਹਿੰਦੇ ਹਨ। ਇਸ ਅਸਥਾਨ ਤੋਂ ਅੰਮ੍ਰਿਤ ਵੇਲੇ ਜੈਕਾਰਿਆਂ ਦੀ ਗੂੰਜ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਪ੍ਰਕਾਸ਼ ਲਈ ਹਰਮੰਦਰ ਸਾਹਿਬ ਲਿਜਾਇਆ ਜਾਂਦਾ ਹੈ। ਤਾਰਿਆਂ ਦੀ ਛਾਂ ਵਿੱਚ ਅੰਮ੍ਰਿਤ ਵੇਲੇ ਦਾ ਇਹ ਦ੍ਰਿਸ਼ ਅਲੌਕਿਕ ਸੁਹੱਪਣ ਦੀ ਮਿਸਾਲ ਹੈ। ਇਹ ਉਹ ਸੁੰਦਰ ਵੇਲਾ ਹੈ ਜਦੋਂ ਸਮੁੱਚੀ ਸਿੱਖ ਰੂਹਾਨੀਅਤ ਆਪਣੇ ਪ੍ਰੀਤਮ ਪਿਆਰੇ ਦੀ ਇੱਕ ਝਲਕ ਲੈਣ ਨੂੰ ਤਰਸਦੀ ਹੈ। ਸੋਨੇ ਦੀ ਸੁੰਦਰ ਪਾਲਕੀ ਵਿੱਚ ਵਿਰਾਜਮਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਅਤੇ ਮੀਰੀ ਪੀਰੀ ਦੇ ਦੋ ਉੱਚ ਅਸਥਾਨਾਂ ਦਾ ਮਨਮੋਹਕ ਸੁਮੇਲ ਸਰਬ ਸੰਸਾਰ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਸ਼੍ਰੀ ਹਰਮੰਦਰ ਸਾਹਿਬ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਰੁੱਖ ਥੋੜਾ ਟੇਢ ਤੇ ਰੱਖਿਆ ਗਿਆ। ਸੰਮਤ 1666 ਵਿੱਚ ਅਕਾਲ ਬੁੰਗੇ ਦਾ ਨਿਰਮਾਣ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਅਕਾਲ ਬੁੰਗਾ ਜਿਸ ਤੋਂ ਭਾਵ ਹੈ ਪਰਮਾਤਮਾ ਦਾ ਘਰ। ਇਸ ਘਰ ਵਿੱਚ ਖੂਬਸੂਰਤ ਮੀਨਾਕਾਰੀ ਰਾਹੀਂ ਇਮਾਰਤ ਦੀ ਸਜਾਵਟ ਕੀਤੀ ਗਈ ਹੈ। ਇਹ ਵਿਲੱਖਣ ਕਲਾ ਸ਼੍ਰੀ ਹਰਮੰਦਰ ਸਾਹਿਬ ਗੁਰਦੁਆਰਾ ਬਾਬਾ ਅਟਲ ਰਾਏ ਜੀ ਦੀਆਂ ਦੀਵਾਰਾਂ ਜਾਂ ਛੱਤਾਂ ਤੋਂ ਇਲਾਵਾ ਸਿਰਫ ਅਕਾਲ ਤਖਤ ਸਾਹਿਬ ਵਿਖੇ ਹੀ ਦੇਖਣ ਨੂੰ ਮਿਲਦੀ ਹੈ। ਜੂਨ 1984 ਦੇ ਨੀਲਾ ਤਾਰਾ ਘੱਲੂਘਾਰੇ ਉਪਰੰਤ ਹੋਏ ਨੁਕਸਾਨ ਕਾਰਨ ਅੱਜ ਵੀ ਇਮਾਰਤ ਦੀਆਂ ਛੱਤਾਂ ਨੂੰ ਖੂਬਸੂਰਤੀ ਪ੍ਰਦਾਨ ਕਰਨ ਲਈ ਮੀਨਾਕਾਰੀ ਦੀ ਸੇਵਾ ਚੱਲ ਰਹੀ ਹੈ। ਗੁਰੂ ਜੀ ਨੇ ਅਧਿਆਤਮਿਕ ਦੂਰਦ੍ਰਿਸ਼ਟੀ ਨਾਲ ਇਸ ਧਰਤੀ ਤੋਂ ਜਾਤ-ਪਾਤ, ਊਚ-ਨੀਚ, ਧਾਰਮਿਕ ਫਿਰਕੂਵਾਦ ਨੂੰ ਮਿਟਾਉਣ ਲਈ ਸਰਬ ਸਾਂਝੇ ਵਿਸ਼ਵ ਤਖਤ ਦੀ ਸਥਾਪਨਾ ਕੀਤੀ। ਝੂਲਤੇ ਨਿਸ਼ਾਨ ਰਹੇ ਗੁਰੂ ਸਾਹਿਬਾਨ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਜ਼ਦੀਕ ਦੋ ਕੇਸਰੀ ਨਿਸ਼ਾਨ ਸਾਹਿਬ ਮੌਜੂਦ ਹਨ। ਇਹ ਦੋਵੇਂ ਨਿਸ਼ਾਨ ਸਾਹਿਬ ਮੀਰੀ ਤੇ ਪੀਰੀ ਦੀਆਂ ਸ਼ਕਤੀਆਂ ਦੇ ਪ੍ਰਤੀਕ ਹਨ, ਜਿਨ੍ਹਾਂ ਦਾ ਭਾਵ ਹੈ ਕਿ ਇਹ ਸ਼ਕਤੀਆਂ ਕਿਸੇ ਦੇ ਅਧੀਨ ਨਹੀਂ ਹਨ, ਬਲਕਿ ਸਵੈ ਸੁਤੰਤਰ ਹਨ।
ਇੱਕ ਨਿਸ਼ਾਨ ਸਾਹਿਬ ਪੰਚਮ ਪਿਤਾ ਅਤੇ ਦੂਸਰਾ 6ਵੇਂ ਪਾਤਸ਼ਾਹ ਜੀ ਵੱਲੋਂ ਸਥਾਪਿਤ ਕੀਤਾ ਗਿਆ ਸੀ। 100 ਫੁੱਟ ਅਤੇ 101 ਫੁੱਟ ਉੱਚੇ ਇਹ ਦੋਨੋਂ ਨਿਸ਼ਾਨ ਉੱਚ ਅਧਿਆਤਮਿਕ ਅਸਥਾਨ ਹਰਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਨੂੰ ਦਰਸਾਉਂਦੇ ਹੋਏ ਗੁਰੂ ਜੀ ਵੱਲੋਂ ਹੀ ਲਹਿਰਾਏ ਗਏ ਸਨ। ਸਭ ਤੋਂ ਪਹਿਲਾਂ ਇਹ ਨਿਸ਼ਾਨ ਸਾਹਿਬ ਬਾਂਸ ਨਾਲ ਬਣਵਾਏ ਗਏ ਅਤੇ ਫਿਰ ਇਹ ਨਿਸ਼ਾਨ ਸਾਹਿਬਾਨ ਦੇਹਰਾਦੂਨ ਤੋਂ ਖਾਸ ਤੌਰ ਤੇ ਲਿਆਂਦੀ ਸੱਲ ਦੀ ਲੱਕੜ ਨਾਲ ਬਣਵਾਏ। ਅਖੀਰ ਸਰਦਾਰ ਦੇਸਾ ਸਿੰਘ ਨੇ ਲੋਹੇ ਦੇ ਖੋਲ ਬਣਵਾ ਦਿੱਤੇ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਸੁਨਹਿਰੀ ਕਰ ਦਿੱਤਾ। ਆਸਮਾਨ ਵਿੱਚ ਇਹਨਾਂ ਕੇਸਰੀ ਨਿਸ਼ਾਨਾਂ ਦਾ ਝੂਲਣਾ ਪ੍ਰਤੀਕ ਹੈ ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ। ਸ਼੍ਰੀ ਦਰਬਾਰ ਸਾਹਿਬ ਦਰਸ਼ਨੀ ਦਰਵਾਜ਼ੇ ਦੇ ਠੀਕ ਸਾਹਮਣੇ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ। ਸੰਗਤਾਂ ਵਿੱਚ ਹੁਕਮਨਾਮੇ ਭੇਜੇ ਗਏ ਕਿ ਜੋ ਸਿੱਖ ਦਰਸ਼ਨਾਂ ਲਈ ਆਵੇ ਉਹ ਚੜਾਵੇ ਵਜੋਂ ਘੋੜੇ ਜਾਂ ਸ਼ਸਤਰ ਲਿਆਵੇ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਘਰ ਵਿੱਚ ਬਹਾਦਰੀ ਦੀ ਪਰੰਪਰਾ ਦੀ ਸ਼ੁਰੂਆਤ ਕੀਤੀ। ਹੁਣ ਤਸੀਹੇ ਚੱਲਣ, ਦੁੱਖ ਸਹਾਰਨ ਦੇ ਨਾਲ-ਨਾਲ ਜ਼ਬਰ ਜ਼ੁਲਮ ਨੂੰ ਖਤਮ ਕਰਨਾ ਵੀ ਸਿੱਖੀ ਦਾ ਅਨਿੱਖੜਵਾਂ ਅੰਗ ਬਣ ਗਿਆ। ਉਸ ਸਮੇਂ ਦੀ ਮੁਗਲ ਹਕੂਮਤ ਵੱਲੋਂ ਉੱਚਾ ਤਖਤ ਬਣਾਉਣ ਦੀ ਮਨਾਹੀ ਸੀ, ਪਰ ਗੁਰੂ ਜੀ ਨੇ ਇਹ ਰਾਜ ਸਿੰਘਾਸਨ ਸਿਰਜ ਕੇ ਮੁਗਲਾਂ ਨੂੰ ਖਬਰਦਾਰ ਕਰ ਦਿੱਤਾ। ਅਕਾਲ ਤਖਤ ਸਾਹਿਬ ਤੇ ਉਹਨਾਂ ਦਿਨਾਂ ਵਿੱਚ ਵਿਸ਼ਾਲ ਇਕੱਠ ਹੋਣ ਲੱਗ ਪਏ। ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਪ੍ਰਤੀ ਇੱਕ ਖਾਸ ਗੱਲ ਇਹ ਵੀ ਹੈ ਕਿ ਇਸ ਦੀ ਨੀਂਹ ਰੱਖਣ ਦੀ ਰਸਮ ਅਤੇ ਉਸਾਰੀ ਦਾ ਕਾਰਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਨੂੰ ਸੰਪੂਰਨ ਕਰਨ ਲਈ ਕਿਸੇ ਵੀ ਮਿਸਤਰੀ ਦਾ ਸਹਿਯੋਗ ਨਾ ਲੈ ਕੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਇਹ ਪਵਿੱਤਰ ਕਾਰਜ ਆਪ ਹੀ ਸੰਪੰਨ ਕੀਤਾ। ਸਿੱਖ 5 ਮੁੱਖ ਤਖਤਾਂ ਨੂੰ ਆਪਣਾ ਸਰਪ੍ਰਸਤ ਮੰਨਦੇ ਹਨ। ਇਹਨਾਂ ਵਿੱਚੋਂ ਸ਼੍ਰੀ ਅਕਾਲ ਤਖਤ ਸਾਹਿਬ ਸਰਬ ਉੱਚ ਤਖਤ ਹੈ। ਇਹ ਇੱਕੋ ਇੱਕ ਤਖਤ ਹੈ ਜਿਸ ਦੀ ਸਿਰਜਣਾ 10ਮ ਪਾਤਸ਼ਾਹ ਦੇ ਜਨਮ ਵੇਲੇ ਤੋਂ ਪਹਿਲਾਂ ਦੀ ਹੈ। ਦਰਅਸਲ ਸਿੱਖ ਪੰਥ ਵਿੱਚ ਤਖਤ ਉਸ ਅਸਥਾਨ ਨੂੰ ਮੰਨਿਆ ਜਾਂਦਾ ਹੈ ਜਿੱਥੋਂ ਗੁਰੂ ਸਾਹਿਬਾਨ ਨੇ ਹੁਕਮਨਾਮੇ ਜਾਰੀ ਕੀਤੇ ਹੋਣ। ਗੁਰੂ ਘਰ ਅਤੇ ਤਖਤਾਂ ਵਿੱਚ ਇੱਕ ਖਾਸ ਅੰਤਰ ਹੈ। ਗੁਰਦੁਆਰਾ ਸਾਹਿਬ ਦੇ ਦੁਆਰ ਹਰ ਮਜ਼ਹਬ ਲਈ ਸਦਾ ਖੁੱਲ੍ਹੇ ਹਨ, ਭਾਵੇਂ ਉਹ ਹਿੰਦੂ ਧਰਮ ਹੈ, ਈਸਾਈ ਜਾਂ ਇਸਲਾਮ। ਪਰ ਤਖਤ ਸਾਹਿਬ ਦਾ ਸਿੱਧਾ ਨਾਤਾ ਸਿਰਫ ਗੁਰਸਿੱਖਾਂ ਨਾਲ ਹੀ ਹੈ। ਤਖਤ ਸਾਹਿਬ ਤੇ ਹਰ ਤਰ੍ਹਾਂ ਦੇ ਧਾਰਮਿਕ ਮਸਲਿਆਂ ਦਾ ਨਿਪਟਾਰਾ ਹੁੰਦਾ ਹੈ। ਇਹ ਅਦਾਲਤ ਹਰ ਬੰਧਨ ਤੋਂ ਮੁਕਤ ਹੈ। ਸ਼੍ਰੀ ਅਕਾਲ ਬੁੰਗਾ ਸਿੱਖਾਂ ਦਾ ਪ੍ਰਥਮ ਤਖਤ ਹੈ। ਅੱਜ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਧਾਰਮਿਕ ਵਿਵਾਦ ਦੇ ਨਿਪਟਾਰੇ ਲਈ ਇੱਥੋਂ ਹੁਕਮਨਾਮੇ ਜਾਰੀ ਕਰਦੇ ਅਤੇ ਦੋਸ਼ੀਆਂ ਨੂੰ ਤਨਖਾਹ ਲਾਉਂਦੇ ਹਨ। ਹਰ ਨਿਮਾਣਾ ਸਿੱਖ ਤਨ ਮਨ ਨਾਲ ਇਹਨਾਂ ਹੁਕਮਨਾਮਿਆਂ ਦੀ ਪਾਲਣਾ ਕਰਦਾ ਹੈ। ਅਕਾਲ ਤਖਤ ਸਾਹਿਬ ਨੂੰ ਸਿੱਖਾਂ ਦੇ ਸੁਪਰੀਮ ਕੋਰਟ ਵਜੋਂ ਵੀ ਜਾਣਿਆ ਜਾਂਦਾ ਹੈ। ਇੱਥੋਂ ਜਾਰੀ ਹਰ ਹੁਕਮ ਨੂੰ ਸਿੰਘ ਖਿੜੇ ਮੱਥੇ ਪ੍ਰਵਾਨ ਕਰਦੇ ਹਨ ਅਤੇ ਉਸ ਦੀ ਪਾਲਣਾ ਕਰਨਾ ਆਪਣਾ ਕਰਤੱਵ ਸਮਝਦੇ ਹਨ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਰਹਿੰਦੇ ਸਨ ਤਾਂ ਇਸ ਪਵਿੱਤਰ ਸਥਾਨ ਤੋਂ ਉਹ ਹੁਕਮਨਾਮੇ ਜਾਰੀ ਕਰਦੇ। ਤਖਤ ਦੀ ਮਹੱਤਤਾ ਨੂੰ ਹੋਰ ਵਾਧਾ ਉਦੋਂ ਮਿਲਿਆ ਜਦ ਤਖਤ ਦਾ ਕਾਰਜ ਵਿਹਾਰ 1799 ਈਸਵੀ ਵਿੱਚ ਬਾਬਾ ਫੂਲਾ ਸਿੰਘ ਦੇ ਹੇਠ ਆਇਆ। ਇੱਕ ਅਹਿਮ ਫੈਸਲੇ ਵਿੱਚ ਬਾਬਾ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖਤ ਤੇ ਪੇਸ਼ ਹੋਣ ਲਈ ਹੁਕਮਬੰਦ ਕੀਤਾ ਅਤੇ ਪਿੱਠ ਤੇ ਜ਼ਖਮ ਲੈਣ ਦੀ ਸਜ਼ਾ ਸੁਣਾਈ। ਉਸ ਸਮੇਂ ਦੇ ਸਿਰਤਾਜ ਮਹਾਰਾਜਾ ਰਣਜੀਤ ਸਿੰਘ ਨੇ ਹੁਕਮਨਾਮੇ ਦੀ ਪਾਲਣਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਸਰਬ ਉੱਚ ਸਥਾਨ ਦਿੱਤਾ। ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਣ ਦੇ ਬਾਵਜੂਦ ਵੀ ਗੁਰੂ ਸਾਹਿਬ ਜੀ ਦੁਆਰਾ ਸਿਰਜਿਆ ਤਖਤ ਰੂਪੀ ਥੜਾ
ਅੱਜ ਵੀ ਆਪਣੇ ਅਸਲ ਰੂਪ ਵਿੱਚ ਸਥਿਰ ਹੈ। ਤਖਤ ਜਿਸ ਤੋਂ ਭਾਵ ਹੈ ਰਾਜ ਸਿੰਘਾਸਨ। ਇਸ ਮਹਾਨ ਰਾਜਗੱਦੀ ਤੇ ਵੀਰ ਆਸਨ ਵਿੱਚ ਵਿਰਾਜਮਾਨ ਗੁਰੂ ਸਾਹਿਬ ਜੀ ਸੰਗਤਾਂ ਨੂੰ ਦਰਸ਼ਨ ਦਿੰਦੇ, ਫੈਸਲੇ ਸੁਣਾਉਂਦੇ ਅਤੇ ਹੁਕਮਨਾਮੇ ਜਾਰੀ ਕਰਦੇ, ਫਰਿਆਦੀਆਂ ਦੀ ਫਰਿਆਦ ਸੁਣਦੇ, ਦੋਸ਼ੀਆਂ ਨੂੰ ਦੰਡ ਦਿੰਦੇ ਅਤੇ ਹਰੇਕ ਨਾਲ ਪੂਰਾ ਨਿਆਂ ਕਰਦੇ। ਪਹਿਲਾਂ ਇਹ ਤਖਤ ਇੱਕ ਥੜੇ ਦੇ ਰੂਪ ਵਿੱਚ ਹੀ ਮੌਜੂਦ ਰਿਹਾ। ਇਸ ਦੀ ਵੱਡੀ ਇਮਾਰਤ ਦੀ ਪਹਿਲੀ ਛੱਤ ਚੜਾਵੇ ਦੀ ਆਮਦਨ ਵਿੱਚੋਂ ਬਣਵਾਈ ਗਈ। ਬਾਕੀ ਦੀਆਂ 4 ਮੰਜ਼ਲਾਂ ਮਹਾਰਾਜਾ ਰਣਜੀਤ ਸਿੰਘ ਨੇ ਤਿਆਰ ਕਰਵਾਈਆਂ। ਸੰਗਤਾਂ ਵੱਲੋਂ ਸੁੱਖੇ ਅਖੰਡ ਪਾਠ ਸਾਹਿਬਾਨ ਬੜੀ ਸ਼ਰਧਾ ਨਾਲ ਉੱਪਰਲੀ ਮੰਜ਼ਿਲ ਤੇ ਆਰੰਭ ਕੀਤੇ ਜਾਂਦੇ ਹਨ ਅਤੇ ਸਿੱਖ ਮਰਿਆਦਾ ਅਨੁਸਾਰ ਉਹਨਾਂ ਦੇ ਮਿੱਥੇ ਸਮੇਂ ਤੇ ਭੋਗ ਵੀ ਪਾਏ ਜਾਂਦੇ ਹਨ। ਪਰਿਕਰਮਾ ਦੇ ਸੰਗਮਰਮਰੀ ਫਰਸ਼ ਦੀ ਸਫਾਈ ਰੋਜ਼ਾਨਾ ਅੰਮ੍ਰਿਤ ਜਲ ਨਾਲ ਹੀ ਕੀਤੀ ਜਾਂਦੀ ਹੈ। ਸਤਨਾਮ ਵਾਹਿਗੁਰੂ ਦਾ ਜਾਪ ਗੁਣਗੁਣਾਉਂਦੇ ਹੋਏ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਗੁਰੂ ਘਰ ਦੀ ਸੇਵਾ ਨਿਭਾਉਂਦੀਆਂ ਹਨ। ਭਾਰਤ ਤੇ ਅਤਿਆਚਾਰ ਹੁੰਦਾ ਵੇਖ ਕੇ ਗੁਰੂ ਸਾਹਿਬਾਨ ਨੇ ਭਗਤੀ ਗਿਆਨ ਦੇ ਨਾਲ-ਨਾਲ ਸ਼ੂਰਬੀਰਤਾ ਦਾ ਪ੍ਰਚਾਰ ਵੀ ਜ਼ਰੂਰੀ ਜਾਣਿਆ, ਜਿਸ ਕਾਰਨ ਹੋਂਦ ਵਿੱਚ ਆਇਆ ਸ਼੍ਰੀ ਅਕਾਲ ਤਖਤ ਸਾਹਿਬ। ਉਸ ਵੇਲੇ ਸ਼੍ਰੀ ਅੰਮ੍ਰਿਤਸਰ ਵਿੱਚ ਗੁਰੂ ਸਾਹਿਬ ਜੀ ਵੱਲੋਂ ਸਿੱਖੀ ਦਾ ਪ੍ਰਚਾਰ ਸਿਖਰਾਂ ਤੇ ਸੀ। ਜਦੋਂ ਸਿੱਖਾਂ ਨੇ ਆਪਣੇ ਥਾਣੇ ਬਣਾਏ ਅਤੇ ਜਿੱਤਾਂ ਪ੍ਰਾਪਤ ਕੀਤੀਆਂ ਤਾਂ ਸਾਰੇ ਕਾਗਜ਼ ਪੱਤਰ ਇੱਥੇ ਹੀ ਸੰਭਾਲ ਕੇ ਰੱਖੇ ਜਾਂਦੇ ਸਨ। ਹਰ ਪਲ ਸਿੱਖਾਂ ਵੱਲੋਂ ਪਾਏ ਜਾ ਰਹੇ ਪੂਰਨਿਆਂ ਦੀ ਖਬਰ ਜਹਾਂਗੀਰ ਤੱਕ ਪਹੁੰਚ ਰਹੀ ਸੀ। ਸਿੱਖਾਂ ਦੇ ਨਵੇਕਲੇ ਰੂਪ ਨੇ ਮੁਗਲ ਹਕੂਮਤ ਵਿੱਚ ਖੌਫ ਪੈਦਾ ਕਰ ਦਿੱਤਾ। ਸੂਰਮੇ ਸਜ ਕੇ ਵੀ ਸਿੱਖ ਨਿਮਾਣੇ ਭਗਤ ਦੀ ਤਰ੍ਹਾਂ ਰੱਬ ਦੀ ਬੰਦਗੀ ਕਰਦੇ। ਸਰੀਰਕ ਵਿਕਾਸ ਦੇ ਨਾਲ ਹੀ ਗੁਰੂ ਸਾਹਿਬ ਨੇ ਹਰਮੰਦਰ ਸਾਹਿਬ ਦੀ ਮਰਿਆਦਾ ਵਿੱਚ ਕੋਈ ਢਿੱਲ ਨਾ ਕੀਤੀ। ਗੁਰੂ ਨਾਨਕ ਦੇਵ ਜੀ ਦੀ ਸੰਤ ਰੂਪੀ ਕੌਮ ਵਿੱਚ ਵੀਰ ਰਸ ਭਰਨ ਲਈ ਅਕਾਲ ਤਖਤ ਸਾਹਿਬ ਵਿਖੇ ਢਾਡੀਆਂ ਦੀਆਂ ਵਾਰਾਂ ਸੁਣਾਈਆਂ ਜਾਣ ਲੱਗ ਪਈਆਂ। ਮਸ਼ਹੂਰ ਢਾਡੀ ਮੀਰ ਅਬਦੁੱਲਾ ਅਤੇ ਸੁਰ ਸਿੰਘ ਖਾਸ ਤੌਰ ਤੇ ਅਕਾਲ ਤਖਤ ਸਾਹਿਬ ਵਿਖੇ ਸੇਵਾ ਨਿਭਾਉਣ ਲੱਗ ਪਏ। ਇਹ ਜਥੇ ਨਵੇਕਲੀਆਂ ਧੁਨਾਂ ਤੇ ਬਹਾਦਰੀ ਦੇ ਵੱਖੋ-ਵੱਖ ਕਿੱਸੇ ਸੰਗਤਾਂ ਸਾਹਮਣੇ ਪੇਸ਼ ਕਰਨ ਲੱਗ ਪਏ। ਢਾਡੀ ਜਥਿਆਂ ਨੇ ਇਸ ਮਹਾਨ ਸੇਵਾ ਰਾਹੀਂ ਪੰਥ ਵਿੱਚ ਇੱਕ ਜੋਸ਼ ਭਰ ਦਿੱਤਾ। ਗੁਰਬਾਣੀ ਧੁਨਾਂ ਦੇ ਨਾਲ-ਨਾਲ ਢਾਡੀਆਂ ਦੀਆਂ ਵਾਰਾਂ ਵੀ ਅਸਮਾਨ ਵਿੱਚ ਗੂੰਜਣ ਲੱਗ ਪਈਆਂ। ਮਾਨਸਿਕ ਅਤੇ ਸਰੀਰਕ ਕਮਜ਼ੋਰੀ ਨੂੰ ਹੁਣ ਗੁਨਾਹ ਗਿਣਿਆ ਜਾਣ ਲੱਗ ਪਿਆ ਅਤੇ ਹਰ ਸਿੱਖ ਆਪਣੇ ਆਪ ਵਿੱਚ ਇੱਕ ਵੱਡੀ ਤਾਕਤ ਬਣ ਉੱਭਰਿਆ। ਇਹਨਾਂ ਗੱਲਾਂ ਸਦਕਾ ਸਿੱਖ ਵਿਰਸਾ ਅਨਮੋਲ ਹੋ ਗਿਆ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹਰ ਐਤਵਾਰ ਅਤੇ ਬੁੱਧਵਾਰ ਦੇ ਦਿਨ ਅੰਮ੍ਰਿਤ ਸੰਚਾਰ ਹੁੰਦਾ ਹੈ, ਜਿੱਥੇ ਅੰਮ੍ਰਿਤ ਅਭਿਲਾਸ਼ੀਆਂ ਨੂੰ 5 ਪਿਆਰਿਆਂ ਵੱਲੋਂ ਸਿੱਖ ਮਰਿਆਦਾ ਅਨੁਸਾਰ ਅੰਮ੍ਰਿਤ ਛਕਾਇਆ ਜਾਂਦਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਦਰਸਾਈ ਅਣਮੁੱਲੀ ਸੇਧ ਨੂੰ 10ਵੇਂ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਮਲੀ ਜਾਮਾ ਪਹਿਨਾਇਆ ਅਤੇ ਨਿਤਾਣਿਆਂ ਨਿਮਾਣਿਆਂ ਨੂੰ ਉਭਾਰ ਕੇ ਇੱਕ ਖਾਲਸ ਪੰਥ ਦੀ ਨੀਂਹ ਰੱਖੀ। ਸਿੰਘ ਸਜਾਉਣ ਦੀ ਮਰਿਆਦਾ ਦਸਮ ਪਾਤਸ਼ਾਹ ਜੀ ਵੱਲੋਂ 1699 ਵਿੱਚ ਵਿਸਾਖੀ ਵਾਲੇ ਦਿਹਾੜੇ ਆਰੰਭ ਕੀਤੀ ਗਈ ਸੀ। ਸ਼੍ਰੀ ਅਕਾਲ ਤਖਤ ਸਾਹਿਬ ਦਾ ਰੂਹਾਨੀ ਅੰਦਾਜ਼ ਮਨਮੋਹਕ ਹੈ। ਅਸੀਂ ਸੀਸ ਝੁਕਾਉਂਦੇ ਹਾਂ ਸਿੱਖਾਂ ਦੇ ਪਹਿਲੇ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ, ਜੋ ਸਾਨੂੰ ਹਰ ਪਲ ਅਹਿਸਾਸ ਕਰਵਾਉਂਦਾ ਹੈ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੋਂਦ ਦਾ ਅਤੇ ਉਸ ਸਮੇਂ ਦਾ ਜਦੋਂ ਗੁਰੂ ਸਾਹਿਬ ਆਪ ਇਸ ਤਖਤ ਤੇ ਸੱਜ ਕੇ ਸੰਗਤਾਂ ਨੂੰ ਨਿਹਾਲ ਕਰਦੇ ਸਨ।